हेलो दोस्तों, वेलकम टू सिद्धि पंजाब रिलेटेड प्रैपरेशन ਲਈ ਸਿੱਧੀ ਪੰਜਾਬ ਕੰਟੀਨਿਊਸਲੀ ਤੁਹਾਡੇ ਲਈ ਵੀਡੀਓਜ਼ ਪ੍ਰੈਜ਼ੈਂਟ ਕਰ ਰਿਹਾ ਹੈ ਜੋ ਤੁਹਾਨੂੰ ਐਗਜ਼ਾਮ ਦੀ ਪ੍ਰੈਪਰੇਸ਼ਨ ਵਿੱਚ ਹੈਲਪ ਕਰਨਗੀਆਂ। ਅਸੀਂ ਕੰਟੈਂਟ ਬੇਸਡ ਵੀਡੀਓਜ਼ ਤਾਂ ਬਹੁਤ ਦੇ ਰਹੇ ਹਾਂ ਤੁਹਾਨੂੰ, ਰੋਜ਼ ਰੈਗੂਲਰ ਬੇਸਿਸ ਤੇ ਡੇਲੀ ਕਰੰਟ ਅਫੇਅਰਸ ਦੀ ਵੀਡੀਓਜ਼ ਮਿਲ ਰਹੀਆਂ ਹੈ, ਸਟ੍ਰੈਟਜੀ ਵੀਡੀਓਜ਼ ਮਿਲ ਰਹੀਆਂ ਹੈ, ਪੰਜਾਬ ਐਕਸਕਲੂਸਿਵ ਵੀਡੀਓਜ਼ ਰਿਲੇਟਡ ਟੂ ਪੰਜਾਬ's ਬਜਟ, ਪੰਜਾਬ's ਫਰੀडम फाइटर्स, ਇਹ ਸਭ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਜਿਹੜੀਆਂ ਕਿ ਤੁਹਾਡੇ ਲਈ नॉलेज बिल्डिंग ਲਈ, ਕੰਟੈਂਟ ਬਿਲਡਿੰਗ ਲਈ ਕਾਫੀ ਜ਼ਰੂਰੀ ਹੋਣਗੀਆਂ, ਯੂਜ਼ਫੁਲ ਵੀ ਹੋਣਗੀਆਂ। ਤੇ ਅੱਜ ਮੈਂ ਇੱਕ ਵੈਰੀ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ ਜਿਹੜੀ ਅਗੇਨ ਐਗਜ਼ਾਮ ਪ੍ਰਿਪੇਅਰ ਕਰਨ ਵਾਲੇ ਬੱਚਿਆਂ ਲਈ ਕਾਫੀ ਸਿਗਨੀਫਿਕੈਂਟ ਹੈ, ਐਂਡ ਦੈਟ ਇਜ਼ ਦੀ ਸਟ੍ਰੈਸ ਐਂਡ ਦੀ ਐਗਜ਼ਾਮ ਰਿਲੇਟਡ ਸਟ੍ਰੈਸ ਮੈਨੇਜਮੈਂਟ ਸਟ੍ਰੈਟਜੀਜ਼। ਠੀਕ ਹੈ ਜੀ, ਹੁਣ ਦੇਖੋ ਆਪਾਂ ਸਭ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ, ਆਪਾਂ ਨੂੰ ਡਿਫਰੈਂਟ ਐਵਰੀ ਡੇ ਡਾਊਟਸ, ਸੈਲਫ ਡਾਊਟਸ, ਐਂਜ਼ਾਈਟੀ, ਸਟ੍ਰੈਸ, ਇਹ ਸਭ ਹੁੰਦਾ ਰਹਿੰਦਾ ਹੈ, ਰਾਈਟ। ਸੋ ਐਜ਼ ਐਨ ਐਸਪੀਰੈਂਟ ਤੁਸੀਂ ਕਾਫੀ ਲੰਬੇ ਸਮੇਂ ਲਈ ਪ੍ਰੈਪਰੇਸ਼ਨ 'ਚ ਰਹਿੰਦੇ ਹੋ, ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ, ਤਾਂ ਇਸ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਅੱਛੇ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ ਸੋ ਦੈਟ ਤੁਹਾਡੀ ਪ੍ਰੈਪਰੇਸ਼ਨ ਨਾ ਇਫੈਕਟ ਹੋਵੇ, ਤੁਹਾਡੀ ਹੈਲਥ ਨਾ ਇਫੈਕਟ ਹੋਵੇ, ਤੁਹਾਡੀ ਫੈਮਿਲੀ 'ਤੇ ਇੰਪੈਕਟ ਨਾ ਆਉਣ ਬਿਕੋਜ਼ ਆਫ ਯੋਰ ਬੈਡ ਹੈਲਥ ਕੰਡੀਸ਼ਨ, ਮੈਂਟਲ ਕੰਡੀਸ਼ਨ। ਇਸ ਲਈ ਆਪਾਂ ਸਾਰੀ ਡਿਸਕਸ਼ਨ ਅੱਜ ਕਰਾਂਗੇ। ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਕਾਫੀ ਇੰਪੋਰਟੈਂਟ ਹੈ ਅਤੇ ਬੱਚਿਆਂ ਨੂੰ ਇਹ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਆਪਦੇ ਇਮੋਸ਼ਨਸ ਨੂੰ ਕਿਵੇਂ ਮੈਨੇਜ ਕਰਨਾ ਹੈ, ਕਿਉਂਕਿ ਇਹਦੇ ਵਾਈਡਰ ਲੌਂਗ ਟਰਮ ਇੰਪੈਕਟਸ ਹੁੰਦੇ ਨੇ। ਇਸੇ ਲਈ ਮੈਂ ਬਹੁਤ ਦੇਰ ਤੋਂ ਇਹ ਵੀਡੀਓ ਬਣਾਉਣਾ ਚਾਹੁੰਦੀ ਸੀ ਅਤੇ ਅੱਜ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੀ ਹੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਫੇਜ਼ਿਸ ਡਿਊਰਿੰਗ ਦੀ ਪ੍ਰੈਪਰੇਸ਼ਨ। ਠੀਕ ਹੈ, ਆਪਾਂ ਨੂੰ ਲੱਗਦਾ ਹੈ ਜਦੋਂ ਐਜ਼ ਐਨ ਐਸਪੀਰੈਂਟ ਆਪਾਂ ਤਿਆਰੀ ਕਰ ਰਹੇ ਹੁੰਦੇ ਹਾਂ, ਆਪਾਂ ਨੂੰ ਲੱਗਦਾ ਜਿਹੜੇ ਕਿ ਟੌਪਰਸ ਹੁੰਦੇ ਹੋਣਗੇ ਦੇ ਆਰ ਲਾਈਕ ਬ੍ਰਿਲੀਅੰਟ ਪੀਪਲ ਐਂਡ ਉਹ ਹਰ ਟਾਈਮ 'ਤੇ ਹਾਈ ਮੋਰਾਲ ਵਾਲੇ ਫੇਸ 'ਚ ਰਹਿੰਦੇ ਨੇ, ਹਰ ਟਾਈਮ ਹਾਈ ਕਿ ਅਸੀਂ ਇਹ ਕਰ ਦੇਵਾਂਗੇ, ਅੱਜ ਇਹ ਕਰ ਦੇਵਾਂਗੇ, ਕੱਲ੍ਹ ਨੂੰ ਇਹ ਕਰ ਦੇਣਾ ਹੈ, ਟੈਸਟ ਸੀਰੀਜ਼, GS ਸਭ ਕੁਝ ਖਤਮ ਕਰ ਦੇਣਾ ਹੈ 2-4 ਦਿਨਾਂ ਵਿੱਚ। ਠੀਕ ਹੈ, ਆਪਾਂ ਨੂੰ ਇਹ ਪਰਸਪੈਕਟਿਵ ਰਹਿੰਦਾ ਹੈ ਜਨਰਲੀ ਕਿ ਜਿਹੜੇ ਟੌਪਰਸ ਹੈ ਜਾਂ ਜਿਹੜੇ ਰੈਂਕਰਸ ਨੇ ਉਹ ਹਮੇਸ਼ਾ ਹਾਈ ਲੈਵਲ ਆਫ ਐਨਰਜੀ ਲੈਵਲ 'ਚ ਜਾਂ ਮੋਟੀਵੇਸ਼ਨ ਲੈਵਲਸ 'ਤੇ ਰਹਿੰਦੇ ਹੈ ਡਿਊਰਿੰਗ ਦੀ ਇੰਟਾਇਰ ਪ੍ਰੈਪਰੇਸ਼ਨ ਆਫ ਦੇਅਰ ਡਿਊਰਿੰਗ ਦੀ ਇੰਟਾਇਰ ਡਿਊਰੇਸ਼ਨ ਆਫ ਦੇਅਰ ਪ੍ਰੈਪਰੇਸ਼ਨ। ਠੀਕ ਹੈ ਜੀ, ਬਟ ਦੇਖੋ ਸੱਚਾਈ ਇਹ ਨਹੀਂ ਹੁੰਦੀ। ਚਾਹੇ ਕੋਈ ਟੌਪਰ ਹੈ, ਚਾਹੇ ਇੱਕ ਇਹੋ ਜਿਹਾ ਬੰਦਾ ਹੈ ਜਿਹਨੇ ਹਜੇ ਨਹੀਂ ਰੈਂਕ ਸਿਕਿਉਰ ਕੀਤੀ, ਜਿੰਨੇ ਵੀ ਐਸਪੀਰੈਂਟਸ ਹੈ ਇਨਕਲੂਡਿੰਗ ਦੀ ਟੌਪਰਸ, ਅਗਰ ਉਹਨਾਂ ਦਾ ਤੁਸੀਂ ਐਨਰਜੀ ਲੈਵਲ, ਮੋਟੀਵੇਸ਼ਨ ਲੈਵਲ ਗ੍ਰਾਫ ਦੇਖਣਾ ਹੋਵੇ ਡਿਊਰਿੰਗ ਦੇਅਰ ਇੰਟਾਇਰ ਪ੍ਰੈਪਰੇਸ਼ਨ, ਤਾਂ ਇਹ ਧਿਆਨ ਰੱਖਣਾ ਹੈ ਤੁਸੀਂ ਕਿ ਹਰ ਕੋਈ ਹਾਈ ਅਤੇ ਲੋ ਫੇਸਿਸ ਆਪਦੇ ਪ੍ਰੈਪਰੇਸ਼ਨ ਦੇ ਟਾਈਮ ਦੇਖਦੇ ਹੈ, ਚਾਹੇ ਟੌਪਰਸ ਹੋਣ, ਚਾਹੇ any other aspirant is there, the mood graph will keep moving up and down। ਕੁਛ ਦਿਨ ਇਹੋ ਜਿਹੇ ਹੁੰਦੇ ਆ ਜਦ ਤੁਹਾਡੇ ਐਨਰਜੀ ਲੈਵਲਸ, ਮੋਟੀਵੇਸ਼ਨ ਲੈਵਲ ਬਹੁਤ ਹਾਈ ਹੁੰਦੇ ਹੈ। ਤੁਸੀਂ ਖੁਦ ਓਬਜ਼ਰਵ ਕਰੋ ਕਿ ਤੁਸੀਂ ਉਸ ਦਿਨ ਜ਼ਰੂਰਤ ਤੋਂ ਵੀ ਜ਼ਿਆਦਾ ਕੰਮ ਕਈ ਵਾਰ ਕਵਰ ਕਰ ਲੈਂਦੇ ਹੋ ਕਿਉਂਕਿ ਤੁਸੀਂ ਇੰਨੀ ਹਾਈਲੀ ਮੋਟੀਵੇਟਡ ਹੁੰਦੇ ਹੋ ਉਸ ਦਿਨ ਦੈਟ ਇਟ ਡਜ਼ ਨਾਟ ਟੇਕ ਯੂ ਮਚ ਟਾਈਮ ਟੂ ਕੰਪਲੀਟ ਯੋਰ ਵਰਕ। ਠੀਕ ਹੈ, ਤਾਂ ਕਿਸੇ ਦਿਨ ਇਹੋ ਜਿਹੇ ਆਉਣਗੇ ਕਿ ਮਤਲਬ ਬਿਲਕੁਲ ਸਿੱਟੇ ਪਏ ਹੁੰਦੇ ਹੋ, ਮਰੇ ਪਏ ਹੁੰਦੇ ਹੋ, ਬਸ ਐਂ ਲੱਗ ਰਿਹਾ ਹੁੰਦਾ ਅਸੀਂ ਸਰਵਾਈਵ ਹੀ ਕਿਉਂ ਕਰ ਰਹੇ ਹਾਂ, ਕਿਉਂ ਇੰਨਾ ਐਗਜ਼ਾਮਾਂ ਦੇ ਚੱਕਰਾਂ 'ਚ ਪਏ ਹੈ ਐਂਡ ਆਲ ਦੈਟ। ਕਈ ਵਾਰ ਤਾਂ ਮਰਾਉਣ ਦੇ ਵੀ ਥੋਟਸ ਆਉਂਦੇ ਹੈ, ਰਾਈਟ। ਤਾਂ ਮੈਂ ਫਰਸਟ ਪੁਆਇੰਟ ਇੱਥੇ ਇਹ ਕਨਵੇ ਕਰਨਾ ਚਾਹੁੰਦੀ ਹੈ ਦੈਟ ਯੂ ਆਰ ਨਾਟ ਅਲੋਨ, ਰਾਈਟ। ਜੋ ਤੁਸੀਂ ਫੀਲ ਕਰ ਰਹੇ ਹੋ, ਹਰ ਐਸਪੀਰੈਂਟ, ਨਾਟ ਜਸਟ ਟੌਪਰ ਇੰਨੀ ਆਪਾਂ ਉਹ ਬਣਾ ਰੱਖੀ ਹੈ, ਵੀ ਆਰ ਆਲਸੋ ਐਜ਼ ਐਨ ਐਸਪੀਰੈਂਟਸ, ਵੀ ਆਰ ਆਲਸੋ ਵੈਰੀ ਵਰਦੀ ਪੀਪਲ, ਕਿਉਂਕਿ ਅਸੀਂ ਇੱਕ ਬਹੁਤ ਵੱਡਾ ਗੋਲ ਸੈਟਅਪ ਕੀਤਾ ਹੈ ਜਿਹਦੇ ਲਈ ਅਸੀਂ ਹਾਰਡ ਵਰਕ ਕਰ ਰਹੇ ਹਾਂ। ਤਾਂ ਸਿਰਫ ਟੌਪਰ ਹੋਣਾ ਇੰਪੋਰਟੈਂਟ ਨਹੀਂ ਹੈ, ਬਟ ਇਹ ਵਿਲ ਹੋਣਾ ਕਿ ਤੁਸੀਂ ਐਗਜ਼ਾਮ ਦੇ ਰਹੇ ਹੋ। ਬਹੁਤ ਸਾਰੇ ਲੋਕ ਹੈ ਜਿਹੜੇ ਐਗਜ਼ਾਮ ਹੀ ਨਹੀਂ ਦਿੰਦੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਇੰਨਾ ਹਾਰਡ ਵਰਕ ਕਰ ਹੀ ਨਹੀਂ ਸਕਦੇ, ਬਟ ਤੁਸੀਂ ਅਗਰ ਇਹ ਜਰਨੀ ਸ਼ੁਰੂ ਕੀਤੀ ਹੈ ਤਾਂ ਸਭ ਤੋਂ ਪਹਿਲੇ ਵਿਨਰ ਤਾਂ ਤੁਸੀਂ ਉਦੋਂ ਹੀ ਹੋ ਜਾਂਦੇ ਹੋ। ਠੀਕ ਹੈ, ਸੋ ਐਜ਼ ਐਨ ਐਸਪੀਰੈਂਟਸ ਇਹ ਜਾਣ ਲਓ ਕਿ everyone will face this issue, everyone will go through the lows and highs of their moods। ਠੀਕ ਹੈ, ਡਿਊਰਿੰਗ ਦੀ ਇੰਟਾਇਰ ਪ੍ਰੈਪਰੇਸ਼ਨ, ਈਵਨ ਡਿਊਰਿੰਗ ਦੀ ਇੰਟਾਇਰ ਲਾਈਫ ਟਾਈਮ ਤੁਸੀਂ ਕਹਿ ਸਕਦੇ ਹੋ, ਨਾਟ ਜਸਟ ਪ੍ਰੈਪਰੇਸ਼ਨ, ਇਹ ਹਾਈ ਅਤੇ ਲੋਜ਼ ਆਉਂਦੇ ਰਹਿਣੇ ਪੈਣੇ ਹੈ। ਵਾਟ ਇਜ਼ ਰਿਕੁਆਇਰਡ ਫਰੋਮ ਯੂ? ਨੋਇੰਗ ਯੋਰ ਸੈਲਫ ਵੈਰੀ ਵੈਲ ਐਂਡ ਬੀਂਗ ਏਬਲ ਟੂ ਮੈਨੇਜ ਯੋਰ ਇਮੋਸ਼ਨਸ, ਜਿਹਨੂੰ ਆਪਾਂ ਇਮੋਸ਼ਨਲ ਇੰਟੈਲੀਜੈਂਸ ਵੀ ਕਹਿੰਦੇ ਹੈ। ਆਪਦੇ ਆਪ ਨੂੰ ਜਾਣਨਾ, ਆਪਦੇ ਮੂਡਸ ਨੂੰ ਜਾਣਨਾ, ਆਪਦੀ ਮੈਂਟਲ ਸਿਚੁਏਸ਼ਨ ਨੂੰ ਜਾਣਨਾ ਹਰ ਟਾਈਮ 'ਤੇ ਉਹਨੂੰ ਅੱਛੇ ਤਰੀਕੇ ਨਾਲ ਮੈਨੇਜ ਕਰ ਪਾਣਾ
दैट इज़ वॉट इज़ रिक्वायर्ड फ्रॉम यू, दैट इज़ वॉट इज़ इमोशनल इंटैलीजेंस। जदों तुसी हाई फेज चो हो उदों तुसी ज़्यादा मेहनत करनी है, क्योंकि इस टाइम ते तुहाडे कोल एनर्जी भी ज़्यादा है, मोटिवेशन भी ज़्यादा है टू वर्क। ठीक है जी। जदों तुसी लो फेज ते हो तद तुसी आपदे आप नू मैंटली स्ट्रोंग रखना है, ब्रेक्स दे वल ज़्यादा जाना है। नॉर्मल डेली शेड्यूल का तुसी थोड़ा बहुत काम जरूर करोगे, बिल्कुल छड्ड के नहीं बैठ जाओगे, बट उस दिन तुसी आपदे आप नू रिलैक्सेशन दोगे, आपदे आप नू ब्रेक दोगे। ठीक है, ये ब्रॉड स्ट्रैटेजी है स्ट्रैस मैनेजमेंट दी। हाई फेजिस ट्राई टू डू एज मच एज यू कैन। जिस दिन तुहानू बहुत मोटिवेशन आ रही होंदी है, ज़्यादा तो ज़्यादा कवर करने की कोशिश करो। तो कुछ दिन ਇਹੋ ਜਿਹੇ भी आएंगे जब तुसी बहुत लो फील करोगे, उस दिन तुसी आपदे आप नू थोड़ा ऑल इज़ वैल टाइप कहना है। ठीक है, ये ऑल इज़ वैल जोड़ा वो पिक्चर ने 3 इडियट्स ने बहुत फेमस किया सी, ये भी जस्ट एक साइकोलॉजिकल स्ट्रैटेजी है। राइट, अपना दिमाग जो है ना, जो आप आपदे दिमाग नू कही जावांगे, दैट इज़ वॉट आर माइंड स्टार्ट्स टू बिलीव। ठीक है, जदों भी तुहानू लो फील हुंदा, जस्ट से ऑल इज़ वैल, कुछ नहीं घटिया, कुछ नहीं होया, एग्जाम ही है एक, हो गया तो भी ठीक है, नहीं होया तो भी बहुत वड्डिया अपॉर्चुनिटीज़ दैट आर देयर ऑन लाइफ। इन्ने सारे लोग हैं जिन्होंने एग्जाम नहीं क्लीयर किया, बट स्टिल दे आर डूइंग वेरी वैल इन देयर लाइफ। अगर कुछ ना भी करोगे यार तो भी बहुत अच्छी गल है, तुसी सर्वाइव कर रहे हो, तुसी कोशिश कर रहे हो, दैट इज़ द बेस्ट थिंग दैट यू आर डूइंग इन लाइफ। देयर आर मैनी पीपल जिहड़े तुसी देखो रोड्स ते बैगिंग करन दा उन्होंने आपदा कई लोग आउट ऑफ नीड करते हैं, बट देर आर पीपल हू डू नॉट वॉन्ट टू वर्क। तुसी उन्होंने कहो कि असीं तुहाडी हेल्प करांगे, तुहानूं छोटा बहुत ठेला खोल के दे देंगे, स्टिल दे डू नॉट वॉन्ट टू वर्क। सो एटलीस्ट तुसी ओहे जे तां नहीं हैगे हो। सो जस्ट टेल योर सैल्फ, जब तुहानूं लो फील हो रहा है कि ऑल इज़ वैल, सब कुछ ठीक है, आई हैव माई फैमिली विद मी, आई एम गेटिंग फूड, आई एम गेटिंग वाटर, राइट। ਜਿਹੜੀ ਹੁਣ ਮੈਨੂੰ फील हो रहा है, आई विल बी एबल टू फाइट इट। ठीक है, सब तो पहला तो तुसी एवें ही आपदे आप नू एनकरेज करते रहना है हर टाइम ते, राइट। नाउ हुण एग्जैक्टली तुसी हैंडल किवें कर सकते हो? फर्स्टली नोइंग द कॉज ऑफ योर स्ट्रैस। ठीक है, 2 कॉजेज होंदे हैं मेजर जदों भी आपां नू स्ट्रैस, एनजाइटी, लो फील हुंदा है। फर्स्ट कारण हुंदा है अपना डिस्टेंस बिटवीन सैड एंड डन। डिस्टेंस बिटवीन सैड एंड डन का इत्थे मेरा भाव है कि देखो ਆਪਾਂ कहने बहुत कुछ है, गल्लां बहुत वड्डियां वड्डियां करते हैं, बट जदों एग्जीक्यूशन इंप्लीमेंटेशन का टाइम आंदा है तो आपां ओह ਜਿਹੜੀਆਂ ਗੱਲਾਂ है ਉਹਨੂੰ ਪੂਰੀਆਂ नहीं कर पाते, एंड इसे करके ਆਪਾਂ ਨੂੰ स्ट्रैस ਹੁੰਦਾ है। जिवें ਆਪਾਂ ਕਹਿੰਦੇ ਆ कि जी मैं तो आंसर राइटिंग इंप्रूव करने ਲਈ बहुत सारे आंसर प्रैक्टिस करूँगा, बट रोज़ सोनू सिद्धि पंजाब के टैलीग्राम पर हर अल्टरनेट डे क्वेश्चन मिलता है, तुसी उन्होंने प्रैक्टिस ही नहीं करते हो। हाउ विल दी आंसर राइटिंग इंप्रूव? ठीक है जी, रोज़ तुहाडे नाल मैं डिस्कस कर दिया कि स्टैटिक पढ़ना बहुत ज़रूरी है, तुसी आपदा स्टैटिक सिलेबस ही कंप्लीट नहीं कर रहे हो तो ओबवियसली स्ट्रैस तो होगा ही, राइट। जदों तुसी कुछ सोचते हो, तुसी टारगेट तुसी एम रखिया है, ਉਹਨੂੰ एम ਨੂੰ अचीव ਕਰਨ ਲਈ अगर तुसी रिक्वायर्ड एक्शनस नहीं करते हो तो स्ट्रैस रहेगा ही रहेगा। जस्ट हुण इनू फाइट करने ਲਈ तुसी करना क्या है? देखो, टारगेट सैट करना बहुत ज़रूरी है, डेली बेसिस ते होन, वीकली बेसिस ते होन, ते मंथली बेसिस दे होन। जद भी तुहाडा एग्जाम आने वाला होवे, जिवें हुण आपां PPSC की तैयारी कर रहे हैं, हजे कोई डेफिनेटिव डेट तो नहीं है, तो मैं तुहानूं नोटिफिकेशन वाली वीडियो विच भी दस्सिया सी कि आपां नोटिफिकेशन का वेट नहीं कर सकते। वी हैव टू इंश्योर कि नोटिफिकेशन आने तो पहला साडी तैयारी पूरी होनी चाहिए है, जिहदे लई पहला स्टैप जरूरी है कि सारा का सारा स्टैटिक सिलेबस जिहड़ा है वो तुहाडा कंप्लीट होना चाहिए है। कंपटीशन बहुत टफ हुंदा है, बहुत सारे बच्चे इन्नी मेहनत करके पेपर दिंदे आ, तो तुसी ये नहीं एक्सपैक्ट कर सकते जे अगले महीने PPSC ने नोटिफिकेशन डिक्लेयर करती तो तुसी सारी तैयारी कर लवोगे। फर्स्टली फोकस ऑन द इंटायर सिलेबस। मैं सिलेबस ते भी वीडियोज़ बनाइया हुई हैं, इत्थे मैं लिंक भी कर दूँगी। पहला मेक इंश्योर कि सोडा सारा PPSC का सिलेबस कंप्लीट है हर स्टैप का। एवं नहीं है कि प्रीलिम्स की तैयारी करके बैठे हो, मेन्स के सारे सबजैक्ट हजे बाकी ने, राइट। तो उस तो बाद फिर 2 महीनों थोड़ी हो गए। PPSC का कई बार 2 महीने का टाइम भी नहीं दिंदी, प्रीलिम्स ते मेन्स दे विच एनी सिचुएशन कैन हैपन। तुहाडे लई ज़रूरी है कि तुहाडी तैयारी होनी चाहिए है। इस साल सारे स्टैप्स कंप्लीट
ਤੁਹਾਡੇ ਨਿਕਲਣ। ਐਵੇਂ ਨਹੀਂ ਹੈ ਕਿ ਤੁਸੀਂ ਪ੍ਰੀਲਿਮਸ 2021 ਤਾਂ ਕਲੀਅਰ ਕਰ ਲਿਆ ਤੇ ਮੇਨਸ ਇੰਟਰਵਿਊ ਦਾ ਕੋਈ ਅਤਾ ਪਤਾ ਨਹੀਂ ਸੀ। ਵਾਜ਼ ਇਟ ਐਨੀ ਯੂਜ਼ਫੁਲ ਫॉर ਯੂ? ਠੀਕ ਹੈ, ਤਾਂ ਇਸੇ ਲਈ ਸਿਲੇਬਸ ਕੰਪਲੀਸ਼ਨ ਤੇ ਪਹਿਲਾਂ ਫੋਕਸ ਕਰਨਾ ਹੈ, ਰਾਈਟ। ਉਹ ਤੋਂ ਬਾਅਦ ਰਿਵੀਜ਼ਨ ਕਰਦੇ ਰਹਿਣਾ ਹੈ, ਕਿਉਂਕਿ ਆਪਾਂ ਨੇ ਲੌਂਗ ਟਰਮ ਲਈ ਚੀਜ਼ਾਂ ਯਾਦ ਰੱਖਣੀਆਂ ਹੈ। ਜਦੋਂ ਜਦੋਂ ਰੀਹਿੱਟ ਕਰਦੇ ਰਹੋਗੇ, ਰਿਵੀਜ਼ਨ ਕਰਦੇ ਰਹੋਗੇ, ਇਹ ਤੁਹਾਡੇ ਫੇਰ ਹੀ ਯਾਦ ਹੋਏਗੀ। ਠੀਕ ਹੈ, ਇਹਦੀ ਮੈਂ ਵੀਡੀਓ ਪਾ ਦੂੰਗੀ, ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹੈ ਸਾਰੇ ਸਟੈਪਸ। ਟੈਸਟ ਯੋਰਸੈਲਫ, ਰਾਈਟ। ਉਸ ਤੋਂ ਬਾਅਦ ਤੁਹਾਡੇ ਆਪਣੇ ਆਪ ਨੂੰ ਟੈਸਟ ਕਰਦੇ ਰਹਿਣਾ ਹੈ। ਠੀਕ ਹੈ, ਤਾਂ ਇਹ ਸਟ੍ਰੈਟਜੀ ਜਿਹੜੀ ਹੈ ਤੁਸੀਂ ਫੋਲੋ ਕਰਨੀ ਹੈ। ਡਿਸਟੈਂਸ ਬਿਟਵੀਨ ਵਾਟ ਇਜ਼ ਬੀਂਗ ਸੈਡ ਬਾਈ ਯੂ ਐਂਡ ਵਾਟ ਇਜ਼ ਬੀਂਗ ਡਨ, ਉਹਨੂੰ ਰਿਡਿਊਸ ਕਰਨਾ ਹੈ। ਕੰਪਲੀਟ ਯੋਰ ਸਿਲੇਬਸ, ਰਿਵਾਈਜ਼ ਯੋਰ ਸਿਲੇਬਸ ਐਂਡ ਟੈਸਟ ਯੋਰ ਸੈਲਫ ਰੈਗੂਲਰ ਬੇਸਿਸ 'ਤੇ। ਠੀਕ ਹੈ, ਆਪਦੇ ਆਪ ਨੂੰ ਮੋਨੀਟਰ ਕਰਦੇ ਰਹੋ। ਠੀਕ ਹੈ, ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ। ਦੇਖੋ, ਮੋਨੀਟਰ ਕਰਨ ਲਈ ਤੁਸੀਂ ਚਾਰਟਸ ਵੀ ਬਣਾ ਸਕਦੇ ਹੋ। ਜਿਵੇਂ ਆਈ ਯੂਜ਼ ਟੂ ਹੈਵ ਕੈਲੰਡਰ, ਮੈਂ ਜਦ ਪ੍ਰਿਪੇਅਰ ਕਰਦੀ ਸੀ ਆਈ ਯੂਜ਼ ਟੂ ਕੀਪ ਅ ਕੈਲੰਡਰ, ਮੰਥਲੀ ਕੈਲੰਡਰ, ਸਮਝ ਲਓ ਮਾਰਚ ਹੈ। ਹਰ ਡੇਟ 'ਤੇ ਮੈਂ ਇਹ ਨੋਟਿਸ 3 ਕਾਲਮਸ ਬਣਾ ਲੈਂਦੀ ਸੀ। ਨਿਊਜ਼ਪੇਪਰ, GS 1, GS 2, ਸਮਝ ਲਓ ਆਪਾਂ 2 ਟੌਪਿਕਸ ਕਰ ਰਹੇ ਹਾਂ, ਜਾਂ ਆਪਾਂ ਇਹ ਵੀ ਹੋ ਸਕਦਾ ਹੈ ਨਿਊਜ਼ਪੇਪਰ, CSAT, GS। ਆਪਾਂ ਹਰ ਦਿਨ ਦਾ ਟਾਰਗੇਟ ਬਣਾਇਆ ਹੈ, ਕਿਉਂਕਿ ਆਪਾਂ ਪੰਜਾਬ PCS ਦਾ ਸਾਰਾ ਸਿਲੇਬਸ ਕਵਰ ਕਰਨਾ ਹੈ, ਤਾਂ ਇਹ ਹਰ ਆਸਪੈਕਟ ਕਵਰ ਕਰਨਾ ਹੈ। ਜਿਸ ਦਿਨ ਮੈਂ ਨਿਊਜ਼ਪੇਪਰ ਰਿਲੇਟਡ ਸਾਰਾ ਆਪਦਾ ਕੰਮ ਕੰਪਲੀਟ ਕਰਦੀ ਸੀ, ਆਈ ਵਿਲ ਟਿਕ ਮਾਰਕ ਦਿਸ ਬਾਕਸ। ਜਿਸ ਦਿਨ ਮੈਂ CSAT ਰਿਲੇਟਡ ਆਪਦੀ ਸਾਰੀ ਰਿਵੀਜ਼ਨ, ਆਪਦਾ ਸਾਰੀ ਪ੍ਰੈਕਟਿਸ ਪੂਰੀ ਕਰਦੀ ਸੀ, ਆਈ ਵਿਲ ਟਿਕ ਮਾਰਕ ਦਿਸ ਬਾਕਸ। ਜਿਸ ਦਿਨ ਮੈਂ GS 1, GS 2, ਸਮਝ ਲਓ ਮੈंने ਆਪਦੇ ਦਿਨ ਨੂੰ ਇਹ 4 ਪਾਰਟਸ 'ਚ ਡਿਵਾਈਡ ਕੀਤਾ ਹੈ, ਆਈ ਵਿਲ ਟਿਕ ਦਿਸ ਬਾਕਸ ਵੈਨ ਆਈ ਐਮ ਡੂਇੰਗ ਦੀ ਟਾਸਕ ਦੈਟ ਆਈ ਹੈਵ ਪ੍ਰੋਜੈਕਟਡ। ਤਾਂ ਤੁਸੀਂ ਹਰ ਮਹੀਨੇ ਆਪਦੀ ਪਰਫਾਰਮੈਂਸ ਇਸ ਬੇਸਿਸ 'ਤੇ ਟਰੈਕ ਕਰ ਸਕਦੇ ਹੋ। ਜਿੰਨੇ ਜ਼ਿਆਦਾ ਟਿਕ ਮਾਰਕਸ, ਉਨੀ ਜ਼ਿਆਦਾ ਤੁਹਾਡੀ ਪ੍ਰੋਬੇਬਿਲਿਟੀ ਆਫ ਕਲੀਅਰਿੰਗ ਦੀ ਐਗਜ਼ਾਮ, ਰਾਈਟ। ਹਰ ਦਿਨ ਦੇ ਬੇਸਿਸ 'ਤੇ ਜਦੋਂ ਤੁਸੀਂ ਦੇਖੋਗੇ ਕਿ ਤੁਸੀਂ ਰਿਕੁਆਇਰਡ ਆਪਦੀ ਪਰਫਾਰਮੈਂਸ ਦੇ ਰਹੇ ਹੋ, ਤਾਂ ਓਬਵੀਅਸਲੀ ਸਟ੍ਰੈਸ ਹੋਣ ਦਾ ਕੋਈ ਕਾਰਨ ਹੀ ਨਹੀਂ ਹੈ, ਰਾਈਟ। ਤਾਂ ਇਹ ਸਟ੍ਰੈਟਜੀ ਪਲੈਨਿੰਗ ਫॉर ਦੀ ਐਗਜ਼ਾਮ, ਕਿ ਜਿੰਨਾ ਵੀ ਐਗਜ਼ਾਮ ਲਈ ਪੜ੍ਹਾਈ ਰਿਕੁਆਇਰਡ ਹੈ ਉਹ ਤੁਹਾਡਾ ਸਿਲੇਬਸ ਕੰਪਲੀਟ ਹੋਵੇ, ਐਂਡ ਦੈਨ ਮੋਨੀਟਰਿੰਗ ਯੋਰ ਪਰਫਾਰਮੈਂਸ, ਇਟ ਵਿਲ ਹੈਲਪ ਯੂ ਰਿਡਿਊਸ ਯੋਰ ਐਂਜ਼ਾਈਟੀ ਲੈਵਲਸ। ਜਿਹੜੇ ਅਨਵਾਰੰਟਡ ਐਂਜ਼ਾਈਟੀ ਹੈ ਉਹ ਥੋੜ੍ਹੀ ਘੱਟ ਹੋਏਗੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਦਾ ਸਿਲੇਬਸ ਕੰਪਲੀਟ ਕਰਨ 'ਤੇ ਹੋ, ਤੁਹਾਡੀ ਰਿਵੀਜ਼ਨ ਰੈਗੂਲਰਲੀ ਹੋ ਰਹੀ ਹੈ, ਤੁਹਾਨੂੰ ਚੀਜ਼ਾਂ ਯਾਦ ਵੀ ਹੋਣ ਲੱਗ ਜਾਣਗੀਆਂ। ਉਹ ਤੋਂ ਹੀ ਇੰਨਾ ਕੌਨਫੀਡੈਂਸ ਆਏਗਾ ਕਿ ਯਾਰ ਮਹੀਨਾ ਪਹਿਲਾਂ ਮੈਨੂੰ ਕੁਛ ਨਹੀਂ ਆਉਂਦਾ ਸੀ ਅਤੇ ਹੁਣ ਮੈਨੂੰ ਪੋਲਿਟੀ ਦੇ 10 ਚੈਪਟਰ ਆਉਂਦੇ ਨੇ, ਮੈਨੂੰ ਸਾਰੇ ਫੰਡਾਮੈਂਟਲ ਰਾਈਟਸ ਯਾਦ ਨੇ, ਮੈਨੂੰ ਸਾਰੀ DPSPs ਯਾਦ ਨੇ, ਰਾਈਟ। It will boost your confidence and it will reduce your anxiety levels. And then finally testing yourself. Test 'ਚ ਜਿਵੇਂ ਤੁਸੀਂ ਅੱਛਾ ਪਰਫਾਰਮ ਕਰੋਗੇ, again you will feel very good about you, right? That is the first reason stress ਕਿਉਂ ਹੁੰਦਾ ਹੈ, ਜਦੋਂ ਆਪਾਂ required stuff ਨਹੀਂ ਕਰਦੇ ਹਾਂ, required syllabus, required revision ਨਹੀਂ ਕਰਦੇ ਹਾਂ। ਸੈਕਿੰਡ, ਹੁਣ ਸਟ੍ਰੈਸ ਉਹਨਾਂ ਲੋਕਾਂ ਨੂੰ ਵੀ ਹੋ ਸਕਦਾ ਹੈ ਹੂ ਆਰ ਵੈਰੀ ਸੀਰੀਅਸ, ਹੂ ਫੋਲੋ ਦੀਜ਼ ਸਟੈਪਸ ਵੈਰੀ ਸੀਰੀਅਸਲੀ, ਹਰ ਰੋਜ਼ ਸਿਲੇਬਸ ਵੀ ਕੰਪਲੀਟ ਕਰਦੇ ਹੈ, ਨਿਊਜ਼ਪੇਪਰ ਵੀ ਪੜ੍ਹਦੇ ਹੈ, ਨੋਟਸ ਵੀ ਬਣਾਉਂਦੇ ਹੈ, ਰਿਵੀਜ਼ਨ ਵੀ ਕਰਦੇ ਹੈ, ਫਿਰ ਵੀ ਉਹਨਾਂ ਨੂੰ ਬਹੁਤ ਸਟ੍ਰੈਸ ਹੋ ਸਕਦਾ ਹੈ, ਐਂਡ ਦੇਅਰ ਰੀਜ਼ਨ ਆਫ ਸਟ੍ਰੈਸ ਇਜ਼ ਫੇਲੀਅਰ। ਠੀਕ ਹੈ ਜੀ, ਉਹਨਾਂ ਨੂੰ ਹਮੇਸ਼ਾ ਹੀ ਡਰ ਰਹਿੰਦਾ ਹੈ ਕਿ ਪਤਾ ਨਹੀਂ ਪੇਪਰ ਕਲੀਅਰ ਹੋਊਗਾ ਵੀ ਕਿ ਨਹੀਂ, ਇੰਨਾ ਮੱਥਾ ਮਾਰ ਵੀ ਰਹੀਆਂ ਰੋਜ਼, ਇੰਨੀ ਮਿਹਨਤ ਕਰ ਵੀ ਰਹੀਆਂ, ਪਤਾ ਨਹੀਂ ਰਿਜ਼ਲਟ ਆਵੇਗਾ ਕਿ ਨਹੀਂ, ਰਾਈਟ, ਪਤਾ ਨਹੀਂ ਆਫਿਸਰ ਲੱਗਾਂਗੇ ਕਿ ਨਹੀਂ, ਰਾਈਟ। ਦੇਖੋ ਬੜਾ ਈਜ਼ੀ ਹੈ ਹਿਊਮਨ ਮਾਈਂਡ ਲਈ, ਆਪਾਂ ਇੰਨਾ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਹੁੰਦਾ ਹੈ ਕਿ ਫਲ ਉਸ ਕੰਮ ਦਾ, ਦ ਫਰੂਟ ਆਫ ਦ ਹਾਰਡ ਵਰਕ ਦੈਟ ਵੀ ਆਰ ਡੂਇੰਗ, ਦੈਟ ਸ਼ੁੱਡ ਆਲਸੋ ਬੀ ਅਵੇਲੇਬਲ ਟੂ ਅਸ, ਰਾਈਟ। ਬਟ ਦੇਖੋ ਇਹ ਲਾਈਫ ਦਾ ਇੱਕ ਰੂਲ ਹੈ, ਯੂ ਕੈਨੋਟ ਬੀ ਸ਼ੋਰ ਆਫ ਵਾਟ ਇਜ਼ ਗੋਇੰਗ ਟੂ ਬੀ ਦੀ ਆਊਟਕਮ, ਯੂ ਕੈਨੋਟ ਕੰਟਰੋਲ ਦੀ ਆਊਟਕਮਸ। ਤੁਸੀਂ ਕੁਛ ਵੀ ਕਰ ਰਹੇ ਹੋ, ਕਿੰਨੇ ਵੀ ਮਿਹਨਤ ਕਰ ਰਹੇ ਹੋ, ਸਟਿਲ ਯੂ ਕੈਨੋਟ ਕੰਟਰੋਲ ਦੀ ਆਊਟਕਮਸ। ਕੋਈ ਵੀ ਬੰਦਾ, ਕੋਈ ਵੀ ਸਕਸੈਸਫੁਲ ਬੰਦਾ ਤੁਸੀਂ ਦੇਖ ਲਓ, ਅਨਸਕਸੈਸਫੁਲ ਬੰਦਾ ਦੇਖ ਲਓ, ਕੋਈ ਵੀ ਇਨਸਾਨ ਦੇਖ ਲਓ, ਜਿੰਨੀ ਵੀ ਮਿਹਨਤ ਕਰਦੇ ਹੋ, ਯੂ ਕੈਨੋਟ ਕੰਟਰੋਲ ਦੀ ਆਊਟਕਮਸ ਦੈਟ ਆਰ ਗੋਇੰਗ ਟੂ ਬੀ ਦੇਅਰ, ਯੂ ਹੈਵ ਟੂ ਲਿਵ ਵਿਦ ਦੀ ਆਊਟਕਮਸ। ਠੀਕ ਹੈ, ਵਾਟ ਇਜ਼ ਇਨ ਯੋਰ ਕੰਟਰੋਲ ਇਜ਼ ਦੀ ਇਨਪੁਟ, ਦੀ ਲੈਵਲ ਆਫ ਇਨਪੁਟ, ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ, ਯੋਰ ਹਾਰਡ ਵਰਕ ਐਂਡ ਯੋਰ ਸਟ੍ਰੈਟਜੀ, ਦੈਟ ਇਜ਼ ਇਨ ਯੋਰ ਹੈਂਡਸ। ਠੀਕ ਹੈ, ਤਾਂ ਤੁਸੀਂ ਫੋਕਸ ਇਸ 'ਤੇ ਰੱਖਣਾ ਹੈ, ਇਸ 'ਤੇ ਨਹੀਂ, ਬਿਕੋਜ਼ ਆਊਟਕਮਸ ਆਰ ਨਾਟ ਇਨ ਯੋਰ ਕੰਟਰੋਲ, ਦ ਫਰੂਟਸ
ਆਰ ਨਾਟ ਇਨ ਯੋਰ ਕੰਟਰੋਲ। ਮੇ ਬੀ ਤੁਹਾਡਾ ਐਗਜ਼ਾਮ ਨਾ ਕਲੀਅਰ ਹੋਵੇ, ਬਟ ਕਿਆ ਪਤਾ ਨੇਚਰ ਨੇ ਤੁਹਾਡੇ ਲਈ ਹੋਰ ਕੁਝ ਬੈਟਰ ਡਿਸਾਈਡ ਕੀਤਾ ਹੋਵੇ। ਆਪਾਂ ਨੂੰ ਲੱਗਦਾ ਕਿ ਇਹ ਫਿਲੋਸਫੀਕਲ ਗੱਲਾਂ ਹੈ, ਬਟ दैट इज़ ट्रू ऑल्सो। वी डू नॉट नो द लार्जर पिक्चर। असी ऑफिसर गिरी ते देखते रहे, बट क्या पता अपने लिए कुछ बैटर डिसाइडेड होवे, राइट। ये तो अपना परसैप्शन है कि सानू सरकारी नौकरी चाहिए है जी, स्टेबल नौकरी चाहिए है, पावर चाहिए है, ये चाहिए वो चाहिए, बट दैट इज़ नॉट दी ओनली थिंग इन लाइफ। देर आर पीपल हु आर नॉट ऑफिसर्स बट दे आर डूइंग वेरी वेरी वेल। ऑफिसर्स की लाइफ भी अगर तुसी एक्चुअल च खोल के देखो, बहुत ही डिफिकल्ट लाइफ है। इधरली साइड तो यह लगता है कि मतलब पता नहीं कि कितनी लग्जरी लाइफ वो जिंदे है, बट वेरी टफ लाइफ। एक बार यह जे बंदे नाल जो तुहानू जेन्युइन इनपुट दऊगा ऑफिसर लाइफ बारे, उहदे नाल गल करके देखो। कास्टिज़म, प्रमोशनस कितनियां डिफिकल्ट है, यू नो तुसी करप्शन फ्री वेच तां क्वालिटी लाइफ जी ही नहीं सकते हो, एंड करप्शन तो सिस्टैमिक है, यू नो। चलो दैट इज़ नॉट इन द स्कोप, आपां उह ते ज़्यादा नहीं जावांगे। कहने का मतलब ये है यू हैव टू फोकस ऑन द इनपुट्स। फला यानी कि थोड़ा संस्कृत विच आई वॉज ट्राइंग टू राइट द फ्रूट्स, तो फोकस छड्ड के यू हैव टू फोकस ऑन कर्मा, दैट इज़ योर हार्डवर्क एंड योर स्ट्रैटेजी, राइट। तो ये अपने हथ विच है, आपां इहनूं करन दी कोशिश करना है। ये तुसी किवें करोगे? पहला सिलेबस कंप्लीशन, उही स्टैप्स, उही 3 स्टैप्स है जिहड़े तुसी करने हैं। सिलेबस कंप्लीशन, रिविजन, टेस्टिंग योरसैल्फ ऑन दी रेगुलर बेसिस, राइट। बाकी सब सोचना छड्ड दो, रिजल्ट कह जा आएगा, सक्सैस अनसक्सैस जो भी है, फेलियर उदों तक नहीं है जिन्ने तिकर तुसी बस नहीं कहते, जिन्ने तिकर तुसी गिव अप नहीं करते लाइफ च, राइट। अंटिल दैट टाइम everything that you are doing is a step towards success, right? You might feel कि PPSC च rank नहीं आया and that is the failure. No, that is not, right? If you are still working hard to create something else, that means PPSC was just a step towards the success that is waiting to happen, right? ये बहुत important है तुहानू अपने दिमाग विच याद रखना, राइट। दिस आर दी 2 मेजर कॉजेज ऑफ स्ट्रैस, एंड इस तरीके नाल तुसी इहनूं हैंडल करोगे। नाउ आई विल गिव यू सम अदर वेज, अदर मैकेनिजम्स डेली बेसिस ते लो फेजिज नूं, स्ट्रैस नूं, एनजाइटी नूं हैंडल करन दा। सब तो पहला तरीका है टेकिंग ब्रेक्स। देखो इट इज़ वेरी इंपॉर्टेंट कि स्ट्रैस भरी लाइफ तो आप इन्ना पढ़ाई करते हैं, थक जाता है बंदा फिजिकली भी मैंटली भी, तो हर रोज़ डेली ब्रेक लेना, वीकली ब्रेक लेना बहुत ज़रूरी है तुहाडे लई, राइट। तो तुसी आपदे ब्रेक टाइम नूं देखो 2 तरीके नाल डिवाइड कर सकते हो, प्रोडक्टिव एक्टिविटीज़, अनप्रोडक्टिव एक्टिविटीज़, ठीक है जी। हुण देखो अनप्रोडक्टिव मैं इत्थों एग्जाम के रिलेशन च कह रही हैं, अदरवाइज एवरीथिंग दैट यू आर डूइंग, एवरीथिंग दैट यू आर लिविंग इन लाइफ इज़ प्रोडक्टिव इन वन वे और दी अदर। अनप्रोडक्टिव मेरा मतलब है डायरैक्टली एग्जाम च जो तुहानू काम नहीं आ रहा, जिवें कि वॉचिंग कोई तुहाडा क्रिकेट मैच, फुटबॉल मैच या कोई वैब सीरीज़ देख रहे हो, मे बी डायरैक्टली तुहाडे एग्जाम विच काम नहीं आ रही है, बट इनडायरैक्टली इवन दीज कैन हैल्प, राइट। तो तुसी क्या कर सकते हो कि ब्रेक्स लहो, यू नो घंटे घंटे बाद भी ब्रेक्स लै सकते हो, 3 घंटे की सिटिंग के बाद ब्रेक लै सकते हो, डे के एंड विच 2 घंटे का ब्रेक लै सकते हो। यू कैन यू नो डिवाइड योर डिज़ाइन योर डे इन सच अ वे जिस च स्टडी आवर्स भी होन ते ब्रेक आवर्स भी होन, राइट। तो इस ब्रेक्स नू प्रोडक्टिव बनाने लई तुसी क्या कर सकते हो, कुछ एजुकेशनल वीडियोज़ देख लो, जिवें सिद्धि पंजाब तुहानू करंट अफेयर्स दी या पंजाब एक्सक्लूसिव दी वीडियोज़ दिंदा है, तो तुसी फ्री टाइम दे ड्यूरिंग वॉक करते हुए, रनिंग करते हुए तुसी ये वाली वीडियोज़ वॉच कर सकते हो, जिहदे नाल तुहानू एडिशनल इन्फॉर्मेशन मिलती है, कोई कंसैप्चुअल क्लैरिटी हुंदी है, कोई स्कीम्स बारे पता चलता है, कुछ डाटा पता चलता है, आंसर राइटिंग बारे पता चलता है, डायग्राम्स बारे पता चलता है, राइट। ਇਹਦੇ ਨਾਲ ਤੁਹਾਡੇ ਆਨਸਰ ਇੰਪਰੂਵਮੈਂਟ ਵੀ ਹੋਏਗੀ, ਰਾਈਟ। ਇਸ ਤਰੀਕੇ ਦੀ ਤੁਸੀਂ ਵੀਡੀਓਜ਼ ਇਸ ਟਾਈਮ ਤੇ ਦੇਖ ਸਕਦੇ ਹੋ। ਤੁਸੀਂ ਕੋਈ ਬੁੱਕ ਰੀਡਿੰਗ ਦੇ ਸ਼ੌਕੀਨ ਹੋ, ਮੈਗਜ਼ੀਨ ਰੀਡਿੰਗ ਦੇ ਸ਼ੌਕੀਨ ਹੋ, ਯੂ ਕੈਨ ਰੀਡ ਦੈਟ। ਬੁੱਕਸ ਰੀਡਿੰਗ ਤਾਂ ਹਮੇਸ਼ਾ ਹੀ ਤੁਹਾਨੂੰ ਹੈਲਪ ਕਰਨਗੀਆਂ। ਰਾਈਟਿੰਗ ਸਕਿੱਲਸ ਆਪਾਂ ਨੂੰ ਕਾਫੀ ਅੱਛੀ ਚਾਹੀਦੀਆਂ ਹੁੰਦੀਆਂ ਹੈ ਮੇਨਸ ਦੇ ਵਿੱਚ, ਤਾਂ ਉਹਦੇ ਲਈ ਐਸੇ ਲਿਖਣਾ, ਉਹਦੇ ਲਈ ਤੁਹਾਡਾ ਪਰਸਪੈਕਟਿਵ ਹੋਣਾ ਚਾਹੀਦਾ ਹੈ। दैट बुक्स कैन हैल्प यू बिल्ड। इवन इन इंटरव्यू दे आस्क मैनी सच डीप थॉट वाले क्वेश्चनस। विमेन राइट्स ते मेरे तो भी काफ़ी क्वेश्चनस पूछे गए सी, एंड आई वॉज एबल टू यू नो हैंडल दोज क्वेश्चनस बिकॉज आई हैड रेड सर्टेन बुक्स। आई लाइक द रीडिंग बुक्स, स्पेशली इंटरव्यू स्टेज ते आके
सो दैट वॉज अ वेरी डिलाइटफुल कॉन्वरसेशन उस टाइम ते हो जाती है। दे ऑल्सो इंजॉय टॉकिंग टू यू, उन्होंने लगता है कि किसी पढ़े लिखे बंदे नाल गल कर रहे हैं जिहदा कुछ दिमाग है, तो आपां नूं भी मज़ा आता है आंसर करन च, डर भी थोड़ा घट लगता है फिर इंटरव्यूज़ दे विच। तो इसीलिए किसी तरीके नाल प्रोडक्टिव वे च यूज़ करो। कुछ अद्धा घंटा तुसी नॉन प्रोडक्टिव या वॉचिंग मैचेस वैब सीरीज़ उन्हां ते भी देख सकते हो। हुण ये भी देखो वैब सीरीज़ भी बहुत सोशल कॉजेज़ ते बहुत वैब सीरीज़ आती हैं। तुहाडी पंचायत हो गई जिवें एक वैब सीरीज़ अमेजोन ते अवेलेबल है, आश्रम हो गई, ये भी जिहड़ियां वैब सीरीज़ है ये भी काफ़ी तुहानूं चीज़ां दस रही है इफ एक्चुअली यू आर एबल टू अंडरस्टैंड एंड अपलाई। तो इन्हां नूं भी तुसी देख सकते हो कुछ टाइम लिए दिन दे विच, ठीक है। टेकिंग ब्रेक इज़ फर्स्ट स्टैप। Second important strategy for you to follow to manage your life well and stress well is physical activity. Physical activity बहुत ज़रूरी है। देखो अगर तुसी सारा दिन पढ़ते रहने हो बैठे रहने हो, it is not going to help you in long term, not even for the exam, ठीक है। अपना बहुत सारे बच्चे होंगे हैं, इवन आई ड्यूरिंग इनिशियल फेजेस ऑफ माई प्रेपरेशन आई डिड दैट मिस्टेक कि मैं सारा टाइम बैठी रहती सी, सिर्फ पढ़ना। दैट वॉज माई स्ट्रैटेजी टू क्लियर द एग्ज़ाम, ठीक है। बट दिस इज़ नॉट दी ओनली थिंग दैट इज़ रिक्वायर्ड। फिजिकल एक्टिविटी होना हर दिन दे विच एक बहुत ही इंपॉर्टेंट है। वाई इज़ इट इंपॉर्टेंट? देखो इट इज़ साइंटिफिकली प्रूवन, जो तुसी वर्कआउट करते हो स्पैशली यू स्वैट आउट, दैट इज़ वैन दी स्ट्रैस इज़ रिलीजड एंड हैप्पीनैस हारमोन्स आर एक्चुअली रिलीजड। पसीना जो तुहाडा रिलीज़ होंदा है, स्ट्रैस भी उहदे नाल तुसी यही समझो कि निकल रहा है, राइट। सो ये तो सिर्फ स्ट्रैस रिलीज़, फिजिकल हैल्थ दे तो तुहानूं पता ही है लाइफ लॉन्ग बेनिफिट्स है। तो तुहाडी कोई भी इंटरस्ट वाली चीज़ है, यू वांट टू रन, तुसी जिमिंग करना चाहते हो, तुसी साइकलिंग करना चाहते हो, स्किपिंग करना चाहते हो, डांस भांगड़ा करना है, तुसी गिद्धा करना है, तुहाडे कोल पैट है उन्होंने वॉक करा सकते हो, स्विमिंग करना चाहते हो, वॉट एवर रिसोर्सिज अवेलेबल टू यू एंड इंटरस्ट यू, वो तुहानूं 30 मिनट तो 60 मिनट 1 घंटा मैं कहांगी कि हर दिन देना ही चाहिए है, राइट। तो जेडे भी ब्रेक्स लै रहे हो उन्होंने विच इंट्रोड्यूस करो। अगर तुसी रनिंग कर रहे हो, वॉकिंग कर रहे हो, उस टाइम ते तुसी वीडियोज़ भी क्लब कर सकते हो, तो 2 चीज़ां होणगियां, यू विल बी गेटिंग योर वर्कआउट ऑल्सो, नाल तुसी कुछ सुन भी सकते हो। इफ़ यू डू नॉट वॉन्ट टू लिसन टू एनीथिंग दैट इज़ ऑल्सो फाइन, बट फिजिकल एक्टिविटी नूं इनकलूड करना थोड़े टाइम लिए ज़रूरी है। एटलीस्ट 20 मिनट्स 20 to 30 मिनट्स दी रन ते डेली जाओ, राइट। एटलीस्ट ट्राई टू डू दैट, राइट। नैक्सट देखो सन एक्सपोजर, नेचर वॉक, इनू तुसी फिजिकल एक्टिविटी विच भी कंबाइन कर सकते हो। आपां हमेशा एज एन एस्पिरेंट्स काले रूम्स, ब्लैक डार्क रूम्स च बैठे रहने हैं, and that is very harmful to our mental health and physical health. That is also stopping us from achieving the results, राइट। इसलिए बहुत इंपॉर्टेंट है कि तुसी बाहर जाओ। स्टडीज़ हैव शोन दैट इवन अ 10 मिनट वॉक कैन इमीजिएटली बूस्ट योर brain chemistry and increase your happiness, right? This is ultimately related to better results, ठीक है। इसीलिए बहुत इंपॉर्टेंट है कि तुसी रोज़ विटामिन डी लो, 10-15 मिनट सन विच वॉक करो। वॉक देखो लंच करन तो बाद यू कैन वॉक, एंड वो वॉक करते तुसी सिद्धि पंजाब दी वीडियो सुनते रहो, राइट। तुहाडा टाइम कोई वेस्ट भी नहीं हो रहा है, तुहानूं एडिशनल इन्फॉर्मेशन भी मिलती रह रही है 15 मिनट च, ते जिहड़ा विटामिन डी चाहिए डेली दा वो भी मिल रहा है, राइट। तो वॉकिंग इन नेचर बहुत इंपॉर्टेंट है। स्ट्रैस रिलीव करती है, एनजाइटी रिलीव करती है, अपनी अटेंशन रीजनिंग मैमरी नूं इंप्रूव करन च भी काफ़ी काम आती है। तो नेचर वॉक ज़रूर आपदे शेड्यूल विच ऐड करो, ठीक है। इनू तुसी फिजिकल एक्टिविटी वाले नाल पॉइंट नाल ही क्लब कर सकते हो, राइट। नाउ फैमिली टाइम बहुत इंपॉर्टेंट है, राइट। अगेन देखो बहुत सारे बच्चे तो हो सकते हैं कि वह पीजीज़ च रह रहे हैं, बाहर रह रहे हैं, तो वह इनू फ्रेंड टाइम कह सकते हैं। प्रोडक्टिव फ्रेंड्स नाल ही गलबात करनी है या ग्रुपिंग बनानी है, नॉट एज ए फ्रेंड्स जिन्हों का कोई टारगेट नहीं, कोई एम नहीं है लाइफ विच, ठीक है। फ्रेंड का मतलब वही है प्रोडक्टिव फ्रेंड्स यू हैव टू एंगेज विद। तो तुसी आपदे लव्ड वनस नाल बेसिकली टाइम स्पेंड करना ज़रूरी है। ये अपनी मैंटल हैल्थ लिए भी बहुत ज़रूरी हुंदा है, स्ट्रैस रिलीफ लिए इंपॉर्टेंट है। अल्टीमेटली ये स्ट्रैस रिलीफ ही आपां नूं बैटर परफॉर्मेंस विच हैल्प करता है, ठीक है। जिहड़े अपने मूड स्विंग्स हुंदे रहंदे हैं दैट कैन बी रिड्यूस्ड विद हैविंग दीज
ਫਿਜ਼ੀਕਲ ਐਕਟੀਵਿਟੀਜ਼, ਨੇਚਰ ਵਾਕ, ਫੈਮਿਲੀ ਟਾਈਮਸ ਔਨ ਰੈਗੂਲਰ ਬੇਸਿਸ। ਠੀਕ ਹੈ, ਤਾਂ ਆਪਾਂ ਸਿਰਫ ਪੜ੍ਹਨ ਨੂੰ ਹੀ ਆਪਦਾ ਪੂਰਾ ਸਭ ਕੁਛ ਨਹੀਂ ਮੰਨ ਰਹੇ ਹਾਂ, ਰਾਦਰ ਵੀ ਆਰ ਡਿਵਾਈਡਿੰਗ ਆਵਰ ਡੇ ਇਨਟੂ all the possible interactions and activities that are there. As a student अपना धर्म है पढ़ना, we are studying, but ਸਟੱਡਿੰਗ ਦੇ ਨਾਲ ਨਾਲ ਆਪਾਂ ਹੋਰ ਐਕਟੀਵਿਟੀਜ਼ ਵੀ ਇੰਗੇਜ ਕਰਨੀਆਂ ਹੈ ਤਾਂ ਕਿ ਮੈਂਟਲ ਹੈਲਥ ਪ੍ਰੋਪਰ ਰਹੇ, ਤਾਂ ਕਿ ਪੜ੍ਹਨ ਦੇ ਟਾਈਮ ਉਹ ਸਾਰੀ ਐਕਟੀਵਿਟੀਜ਼ ਆਪਾਂ ਨੂੰ ਹੈਲਪ ਕਰਨ, ਸਾਰੀ ਐਨਰਜੀ ਆਪਣੀ ਯੂਜ਼ ਹੋਵੇ ਉਸ ਐਕਟੀਵਿਟੀ ਨੂੰ ਕਰਨ ਦੇ ਲਈ, ਪੜ੍ਹਨ ਦੇ ਲਈ, ਇੰਨੇ ਦੇਰ ਬੈਠਣ ਦੇ ਲਈ, ਰਾਈਟ। ਨੈਕਸਟ ਟਾਕ ਥੈਰੇਪੀ। ਟਾਕ ਥੈਰੇਪੀ ਦੇਖੋ ਇੱਕ ਸਾਇੰਟਿਫਿਕ ਵਰਡ ਹੈ, ਆਲਦੋ ਟਾਕ ਥੈਰੇਪੀ ਦਾ ਮਤਲਬ ਹੈ ਟਾਕ। ਇਫ ਯੂ ਥਿੰਕ ਦੈਟ ਦ पोजिशन ਤੁਹਾਡੀ ਮੈਂਟਲ ਕੰਡੀਸ਼ਨ ਜਿਹੜੀ ਹੈ ਕਾਫੀ ਅੱਛੀ ਨਹੀਂ ਹੈ, then do not shy away from talking to somebody. try to talk with a friend. ਬਹੁਤ ਸਾਰੇ ਅੱਛੇ ਦੋਸਤ ਹੁੰਦੇ ਹੈ ਜਿਹੜੇ ਕਿ ਆਪਣੀ ਪ੍ਰੈਪਰੇਸ਼ਨ 'ਚ ਹੋ ਸਕਦੇ ਹੈ, ਮੇ ਬੀ ਪ੍ਰੈਪਰੇਸ਼ਨ 'ਚ ਨਹੀਂ ਹੈ, ਐਂਡ ਦੇ ਐਕਚੁਅਲੀ ਕੈਨ ਗਿਵ ਸੋਲਿਊਸ਼ਨਸ ਟੂ ਆਰ ਪ੍ਰੋਬਲਮਸ, ਰਾਈਟ। ਤਾਂ ਇਹੋ ਜਿਹੇ ਫਰੈਂਡਸ ਨਾਲ ਗੱਲ ਕਰੋ। ਤੁਸੀਂ ਆਪਦੇ ਸਿਬਲਿੰਗਸ, ਆਪਦੇ ਭਾਈ ਭੈਣ ਨਾਲ ਵੀ ਗੱਲ ਕਰ ਸਕਦੇ ਹੋ। ਦੇ ਆਲਸੋ ਹੈਲਪ ਕਲੀਅਰ ਆਰ ਮਾਈਂਡ। ਮੈਨੀ ਟਾਈਮ ਆਪਾਂ ਨੂੰ ਘਰ ਦੀ ਬਹੁਤ ਟੈਨਸ਼ਨਾਂ ਹੁੰਦੀਆਂ ਹੈ, ਨਾਲ ਨਾਲ ਆਪਾਂ ਤਿਆਰੀ ਕਰ ਰਹੇ ਹਾਂ, ਟਾਕ, ਰਾਈਟ। ਇਹ ਪਿਕਚਰ ਕਲੀਅਰਲੀ ਦੱਸ ਰਹੀ ਹੈ। ਆਪਾਂ ਜਦ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਨਾ, ਆਪਣੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ, ਪੂਰਾ ਦਿਮਾਗ 'ਚ ਨਾ ਖਿਚੜੀ ਬਣ ਚੁੱਕੀ ਹੁੰਦੀ ਹੈ। when you talk to somebody they actually show you another second perspective. ਆਪਾਂ ਜਿਸ ਚੀਜ਼ ਦੀ ਖਿਚੜੀ ਬਣਾਈ ਹੈ ਮੇ ਬੀ ਇੰਨੀ ਔਖੀ ਕੰਡੀਸ਼ਨ ਹੈ ਹੀ ਨਹੀਂ ਹੈ, ਆਪਾਂ ਹੀ ਜ਼ਿਆਦਾ ਸੋਚ ਕੇ ਬਾਤ ਦਾ ਬਤੰਗੜ ਬਣਾ ਲਿਆ ਹੈ। when you talk to somebody they help you figure out the right thing, they help you channelize your thoughts in proper manner. ਤਾਂ इसीलिए talk to a friend, sibling, your cousins can be there, whoever you trust, or even a counselor, a professional counselor you can talk to. ਕੋਈ ਵੱਡੀ ਗੱਲ ਨਹੀਂ ਹੈ, ਕੋਈ ਸ਼ਰਮਾਉਣ ਦੀ ਗੱਲ ਨਹੀਂ ਹੈ। ਸਾਈਕੈਟਰਿਸਟ, ਕਾਉਂਸਲਰ ਜੋ ਵੀ ਹੁੰਦੇ ਨੇ ਇਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ, ਰਾਈਟ। ਥੈਰੇਪੀ ਗਿਵਸ ਯੂ ਅ ਨਿਊ ਪਰਸਪੈਕਟਿਵ, ਇਟ ਹੈਲਪਸ ਯੂ ਡੀਲ ਵਿਦ ਯੋਰ ਫਿਊਚਰ, ਗਿਵਸ ਅਸ਼ੋਰੈਂਸ ਕਿ ਤੁਸੀਂ ਅਕੇਲੇ ਨਹੀਂ ਹੋ। there is many people that are there to help you, right? Exam is not the end day, hamesha yaad rakhna hai, there is a lot of love running around you everywhere, even if you do not make it up for the target that you have set. ठीक है जी। दैन स्लीप प्रॉपरली। बहुत सारे बच्चे ये भी बहुत गलती करते हैं, दे कॉम्प्रोमाइज़ ऑन देयर स्लीप, 4-5 घंटे ही सो रहे हैं। सी दिस इज़ वन स्टेप दैट विल prevent you from achieving your goal. Proper sleep is very important. Scientific studies ਦੇ according it is being said, ठीक है, मैं आपदे कोलों ही नहीं कह रही हैं, ਤੁਹਾਡੇ ਜਦੋਂ ਤੁਹਾਡਾ ਦਿਮਾਗ ਵੈਨ ਯੂ ਆਰ ਸਲੀਪਿੰਗ ਐਕਚੁਅਲੀ ਤਾਂ ਨਵੇਂ ਨਿਊਰੋਨਸ ਜਿਹੜੇ ਹੈ ਬਣ ਰਹੇ ਹੈ, ਲਿੰਕਸ ਬਣ ਰਹੇ ਹੈ। ਤੁਸੀਂ ਥੋੜ੍ਹਾ ਬਹੁਤ ਬਾਇਓਲੋਜੀ ਵਗੈਰਾ 'ਚ ਪੜ੍ਹਿਆ ਹੋਣਾ ਹੈ, ਤਾਂ ਜਿੰਨੀ ਵੀ ਨਿਊ ਇਨਫੋਰਮੇਸ਼ਨ ਤੁਸੀਂ ਲਰਨ ਕਰਦੇ ਹੋ ਦੈਟ ਇਜ਼ ਵਾਟ ਇਜ਼ ਗੈਟਿੰਗ ਕੰਸੋਲੀਡੇਟਿਡ ਵਾਈਲ ਯੂ ਆਰ ਸਲੀਪਿੰਗ। ਰੋਜ਼ ਦੇ ਬੇਸਿਸ 'ਤੇ ਤੁਸੀਂ ਨਵੀਂ ਇਨਫੋਰਮੇਸ਼ਨ, ਨਵਾਂ ਡਾਟਾ ਯਾਦ ਕਰਦੇ ਹੋ, ਐਂਡ ਸਲੀਪ ਇਜ਼ ਦੀ ਟਾਈਮ ਵੈਨ ਇਟ ਇਜ਼ ਗੈਟਿੰਗ ਕੰਸੋਲੀਡੇਟਿਡ ਇਨ ਯੋਰ ਮਾਈਂਡ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ 7 ਤੋਂ 8 ਘੰਟੇ ਹਰ ਰੋਜ਼ ਸੋਵੋ ਹੀ ਸੋਵੋ। ਯੂ ਕੈਨੋਟ ਕੰਪਰੋਮਾਈਜ਼ ਔਨ ਯੋਰ ਸਲੀਪ, ਦੈਟ ਇਜ਼ ਅ ਵੈਰੀ ਅਨਹੈਲਦੀ ਵੇ ਟੂ ਲਿਵ ਯੋਰ ਲਾਈਫ ਵਾਈਲ ਯੂ ਆਰ ਪ੍ਰੀਪੇਅਰਿੰਗ ਫॉर ਐਨ ਐਗਜ਼ਾਮ, right? So make sure that you sleep for 7 to 8 hours on continuous basis. ਐਵੇਂ ਨਹੀਂ ਕਿ ਦਿਨ 'ਚ ਤੋੜ ਰੱਖਿਆ 4-5 ਘੰਟੇ ਤੁਸੀਂ ਰਾਤ ਨੂੰ ਸੋਨੇ ਹੋ, 2-3 ਘੰਟੇ ਤੁਸੀਂ ਦਿਨ ਵਿੱਚ ਸੋ ਰਹੇ ਹੋ। No, continuous sleep of 7 to 8 hours is required. If needed, afternoon nap ਲੈ ਸਕਦੇ ਹੋ ਤੁਸੀਂ 15 to 20 minutes, not more than that. If you will sleep more than that ਤਾਂ ਤੁਸੀਂ deep sleep 'ਚ ਚਲੇ ਜਾਓਗੇ and you won't be able to wake up very early. 1-2 ਘੰਟੇ ਫਿਰ ਆਰਾਮ ਨਾਲ ਲੱਗ ਜਾਣਗੇ, and that is not healthy either. Right? Just a nap of 15-20 minutes you can take in the afternoon. If possible, avoid it. Have lunch. Lunch ਤੋਂ ਬਾਅਦ ਸਭ ਨੂੰ ਨੀਂਦ ਆਉਂਦੀ ਹੀ ਆਉਂਦੀ ਹੈ. Walk for 15-20 minutes, right? ਥੋੜਾ jumping, running ਵਗੈਰਾ light ਕਰ ਸਕਦੇ ਹੋ, and then sit back to study something. ਠੀਕ ਹੈ, ਹਮੇਸ਼ਾ ਜਿਹੜਾ ਹੈਵੀ ਪਾਰਟ ਆਫ ਸਟੱਡੀ ਹੈ ਉਹਨੂੰ ਸ਼ੁਰੂਆਤ ਦੇ ਟਾਈਮ ਵਿੱਚ ਰੱਖਿਆ ਕਰੋ, ਦਿਨ ਦੇ ਸ਼ੁਰੂਆਤ ਦੇ ਟਾਈਮ ਵਿੱਚ, ਕਿਉਂਕਿ ਟਫ ਚੀਜ਼ ਜਦੋਂ ਤੁਸੀਂ ਕਰ ਲਓਗੇ ਤਾਂ ਹਮੇਸ਼ਾ ਮੋਟੀਵੇਸ਼ਨ ਰਹੇਗੀ ਫਿਰ ਈਜ਼ੀ ਚੀਜ਼ ਕਰਨ ਲਈ। ਤਾਂ ਲੰਚ ਤੋਂ ਬਾਅਦ ਟਾਈਮ ਮੇਜਰਲੀ ਤੁਸੀਂ ਈਜ਼ੀ ਟਾਸਕਸ ਕਰਨ ਲਈ ਰੱਖ ਸਕਦੇ ਹੋ, ਰਾਈਟ। ਨਾਓ ਨੈਕਸਟ ਸਟ੍ਰੈਟਜੀ, ਈਟਿੰਗ ਵੈਲ, ਈਟਿੰਗ ਹੈਲਦੀ। ਜੰਕ ਫੂਡ, ਚਾਹ, ਕੌਫੀ, ਡਰੱਗਸ, ਇਹ ਸਭ ਛੱਡਣਾ ਹੈ ਪਲੀਜ਼। ਰਿਪਲੇਸ ਇਟ ਵਿਦ ਹੈਲਦੀ ਹੈਬਿਟਸ, ਦੈਟ ਇਜ਼ ਵਾਟਰ। ਟੀ ਵਗੈਰਾ ਇੱਕ ਅੱਧੀ ਵਾਰ ਪੀ ਸਕਦੇ ਹੋ ਦਿਨ 'ਚ, 1 ਜਾਂ 2 ਵਾਰ, ਆਲਦੋ ਦੈਟ ਇਜ਼ ਵੈਰੀ ਹੈਲਦੀ, ਅਨਹੈਲਦੀ ਸੌਰੀ।
तो इसीलिए रिप्लेस इट विद वाटर, रिप्लेस इट विद वॉक्स, रिप्लेस इट विद फ्रूट्स। जिन्ना ज़्यादा अपनी हैल्थ का ध्यान रखोगे उन्ना ज़्यादा तुसी एग्जाम के रिजल्ट के कोले होंगे, बिलीव मी और नॉट, और दैट इज़ अप टू यू, बट दिस इज़ वॉट इज़ द learnt experience that is talking, right? And recognize when you need more help। ਜਦੋਂ ਤੁਹਾਨੂੰ ਲੱਗ ਰਿਹਾ ਹੈ ਕਿ ਕੰਡੀਸ਼ਨ ਕਾਫੀ ਹੱਦ ਤੋਂ ਬਾਅਦ ਜਾ ਰਹੀ ਹੈ, it is recommended to get more support, scientific professional support, right? And Siddhi is always there to help you whenever you feel any problem is there. You can always drop in a message to me on this number। My team is there to support you, you will get a response। ਤੁਹਾਨੂੰ ਕਿਸੇ ਵੀ ਚੀਜ਼ 'ਚ ਪ੍ਰੈਪਰੇਸ਼ਨ 'ਚ ਕੋਈ ਵੀ ਇਸ਼ੂ ਆ ਰਿਹਾ ਹੈ, ਜਸਟ ਡਰੋਪ ਅ ਮੈਸੇਜ ਔਨ ਟੈਲੀਗ੍ਰਾਮ ਔਰ WhatsApp ਔਰ ਟੈਕਸਟ ਮੈਸੇਜ, ਠੀਕ ਹੈ। ਮੈਨੂੰ ਤੁਸੀਂ ਇਸ ਨੰਬਰ 'ਤੇ ਆਪਦਾ ਇਸ਼ੂ ਭੇਜੋ, ਆਈ ਵਿਲ ਟਰਾਈ ਟੂ ਹੈਲਪ ਯੂ ਇਨ ਵਟ ਐਵਰ ਵੇ ਇਟਸ ਪੋਸੀਬਲ, right? That is my sirdardi, I'll see to that, but you drop in the message and I'll try to help you in every way possible। जिन्ने भी तुसी comments करते हो, we read all and we personally respond to them। चाहे YouTube ते असी ना करिए, but personally असी बच्चों को जो भी resource चाहिए वो भी भेजते हैं, कोई help assistance चाहिए है तो वो भी भेजते हैं, right? So try to follow all these steps। अगर तुहानू होर भी कोई issue है, just write back to Siddhi and we will respond to that। Thank you so much। Like, share, subscribe। Thank you so much for watching।